ਹੈਲੋ ਮੂਵੀਜ਼ ਜੂਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਦੂਜੇ ਵਿਸ਼ਵ ਯੁੱਧ ਦੇ ਸਭ ਤੋਂ ਘੱਟ ਉਮਰ ਦੇ ਯੋਧੇ ਦੀ ਅਸਲ ਜ਼ਿੰਦਗੀ ਦੀ ਕਹਾਣੀ ਤੇ ਆਧਾਰਿਤ ਇੱਕ ਫਿਲਮ ਸੋਲਜਰ ਬॉय ਦੀ ਵਿਆਖਿਆ ਕਰਨ ਜਾ ਰਹੀ ਹਾਂ। ਫਿਲਮ ਰੂਸ ਵਿੱਚ ਸ਼ੁਰੂ ਹੁੰਦੀ ਹੈ ਜਿੱਥੇ 3 ਲੋਕਾਂ ਦਾ ਇੱਕ ਪਰਿਵਾਰ ਨਦੀ ਦੇ ਕੰਢੇ ਬੈਠ ਕੇ ਆਪਣੇ ਸਮੇਂ ਦਾ ਆਨੰਦ ਮਾਣਦਾ ਹੈ। ਉਹਨਾਂ ਵਿੱਚੋਂ ਸਭ ਤੋਂ ਛੋਟਾ ਸਰਗੇਈ ਅਲਿਓਸ਼ਕੋ ਆਪਣੇ ਵੱਡੇ ਭਰਾ ਅਤੇ ਮਾਂ ਨੂੰ ਇੱਕ ਦਰਖਤ ਦੇ ਸਿਖਰ ਤੇ ਹੋਣ ਬਾਰੇ ਸ਼ੇਖੀ ਮਾਰਦਾ ਹੈ ਜਦੋਂ ਅਚਾਨਕ ਜਰਮਨ ਲੜਾਕੂ ਜਹਾਜ਼ ਉੱਪਰੋਂ ਉੱਡਦੇ ਹਨ। ਮਾਂ ਆਪਣੇ ਬੱਚਿਆਂ ਨੂੰ ਝਾੜੀਆਂ ਵਿੱਚ ਲੁਕਣ ਲਈ ਕਹਿੰਦੀ ਹੈ ਪਰ 6 ਸਾਲ ਦਾ ਬੱਚਾ ਦਾਅਵਾ ਕਰਦਾ ਹੈ ਕਿ ਉਹ ਡਰਿਆ ਨਹੀਂ ਹੈ ਅਤੇ ਇੱਕ ਗੁਲੇਲ ਨਾਲ ਜੈਟ ਨੂੰ ਮਾਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਜੈਟਾਂ ਨੂੰ ਹਿੱਟ ਕਰਨ ਅਤੇ ਉਹਨਾਂ ਨੂੰ ਵਿਸਫੋਟ ਕਰਨ ਵਿੱਚ ਸਫਲ ਹੋ ਜਾਂਦਾ ਹੈ, ਪਰ ਜਦੋਂ ਉਸਨੇ ਆਲੇ ਦੁਆਲੇ ਦੇਖਿਆ ਤਾਂ ਉਸਦਾ ਪਰਿਵਾਰ ਗਾਇਬ ਹੋ ਗਿਆ ਸੀ। ਸਰਗੇਈ ਸੁਪਨੇ ਤੋਂ ਡਰਿਆ ਹੋਇਆ ਜਾਗਦਾ ਹੈ ਅਤੇ ਆਪਣੀ ਮਾਂ ਨੂੰ ਬੁਲਾਉਂਦਾ ਹੈ। ਉਦੋਂ ਹੀ ਕਿਸੇ ਨੇ ਉਸਦਾ ਦਰਵਾਜ਼ਾ ਖੜਕਾਇਆ। ਇਹ ਆਪਣੀ ਮਾਂ ਮੰਨ ਕੇ ਉਹ ਇਸ ਵੱਲ ਦੌੜਦਾ ਹੈ ਪਰ ਗੁਆਂਢੀ ਔਰਤ ਘਬਰਾ ਕੇ ਅੰਦਰ ਆ ਜਾਂਦੀ ਹੈ। ਉਹ ਉਸਨੂੰ ਜ਼ਿੰਦਾ ਰੱਖਣ ਲਈ ਰੱਬ ਦਾ ਧੰਨਵਾਦ ਕਰਦੀ ਹੈ ਅਤੇ ਉਸਨੂੰ ਸੂਚਿਤ ਕਰਦੀ ਹੈ ਕਿ ਉਸਦੀ ਮਾਂ ਅਤੇ ਭਰਾ ਮਰ ਚੁੱਕੇ ਹਨ। ਛੋਟਾ ਬੱਚਾ ਸਮਝ ਨਹੀਂ ਸਕਦਾ ਕਿ ਉਹ ਕੀ ਕਹਿ ਰਹੀ ਹੈ ਅਤੇ ਆਪਣੀ ਮਾਂ ਦੀ ਉਡੀਕ ਕਰਨ ਲਈ ਘਰ ਵਿੱਚ ਰਹਿਣਾ ਚਾਹੁੰਦਾ ਹੈ। ਔਰਤ ਉਸਨੂੰ ਦੱਸਦੀ ਹੈ ਕਿ ਜਰਮਨਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਅਤੇ ਉਸਨੂੰ ਭੱਜ ਜਾਣਾ ਚਾਹੀਦਾ ਹੈ। ਉਦੋਂ ਹੀ ਕੁਝ ਸਿਪਾਹੀ ਉਹਨਾਂ ਦੇ ਘਰ ਪਹੁੰਚ ਜਾਂਦੇ ਹਨ। ਔਰਤ ਸਰਗੇਈ ਨੂੰ ਖਿੜਕੀ ਵਿੱਚੋਂ ਬਾਹਰ ਨਿਕਲਣ ਲਈ ਮਜਬੂਰ ਕਰਦੀ ਹੈ ਪਰ ਉਸਦੇ ਭੱਜਣ ਤੋਂ ਪਹਿਲਾਂ ਉਸਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। 6 ਸਾਲ ਦਾ ਛੋਟਾ ਬੱਚਾ ਹੁਣ ਆਪਣੇ ਸਹਾਰੇ ਤੇ ਹੈ, ਕੋਈ ਪਰਿਵਾਰ ਅਤੇ ਦੋਸਤ ਨਹੀਂ ਹੈ। ਜਿਵੇਂ ਹੀ ਸਰਗੇਈ ਘਰੋਂ ਭੱਜਦਾ ਹੈ ਉਹ ਆਪਣੇ ਪਿੱਛੇ ਆਪਣਾ ਸਾਰਾ ਆਟ ਗੁਆਂਢ ਸਰਦਾ ਦੇਖਦਾ ਹੈ। ਉਹ ਵਿਅਰਥ ਆਪਣੀ ਮਾਂ ਨੂੰ ਪੁਕਾਰਦਾ ਹੈ ਅਤੇ ਉੱਥੋਂ ਭੱਜ ਜਾਂਦਾ ਹੈ। ਕੁਝ ਦੇਰ ਦੌੜਨ ਤੋਂ ਬਾਅਦ ਉਹ ਜੰਗਲ ਦੇ ਵਿਚਕਾਰ ਪਹੁੰਚ ਜਾਂਦਾ ਹੈ। ਛੋਟਾ ਬੱਚਾ ਆਪਣੀ ਮਾਂ ਨੂੰ ਆਵਾਜ਼ਾਂ ਮਾਰਦਾ ਹੈ ਕਿਉਂਕਿ ਉਹ ਗੁਆਚ ਗਿਆ ਹੈ। ਉਸ ਰਾਤ ਉਹ ਜੰਗਲ ਵਿੱਚ ਠਹਿਰਦਾ ਹੈ। ਅਗਲੀ ਸਵੇਰ ਅਸੀਂ ਉਸਨੂੰ ਇੱਕ ਨਦੀ ਤੋਂ ਪਾਣੀ ਪੀਂਦੇ ਵੇਖਦੇ ਹਾਂ ਜਦੋਂ ਦੁਸ਼ਮਣ ਦੇ ਸਿਪਾਹੀ ਉਸਦੇ ਰਸਤੇ ਵਿੱਚ ਆਉਂਦੇ ਹਨ। ਸਰਗੇਈ ਇਹ ਜਾਣਦੇ ਹੋਏ ਕਿ ਉਹ ਖਤਰਨਾਕ ਹਨ ਛੇਤੀ ਹੀ ਇੱਕ ਰੁੱਖ ਦੀਆਂ ਜੜ੍ਹਾਂ ਦੇ ਅੰਦਰ ਲੁਕ ਜਾਂਦਾ ਹੈ। ਜਦੋਂ ਇੱਕ ਸੱਪ ਨੇੜੇ ਆਉਂਦਾ ਹੈ ਤਾਂ ਉਹ ਹੈਰਾਨ ਹੋ ਜਾਂਦਾ ਹੈ ਪਰ ਇੱਕ ਸ਼ਬਦ ਨਹੀਂ ਬੋਲਦਾ ਜਾਂ ਭੱਜਦਾ ਨਹੀਂ। ਸਰਗੇਈ ਸੱਪ ਨਾਲੋਂ ਸੈਨਿਕਾਂ ਤੋਂ ਜ਼ਿਆਦਾ ਡਰਦਾ ਹੈ। ਸਿਪਾਹੀ ਨਦੀ ਦੇ ਕੰਢੇ ਖਾਣਾ ਖਾਂਦੇ ਹਨ ਅਤੇ ਚਲੇ ਜਾਂਦੇ ਹਨ, ਜਿਸ ਤੋਂ ਬਾਅਦ ਸਰਗੇਈ ਆਪਣਾ ਬਚਿਆ ਹੋਇਆ ਭੋਜਨ ਰਾਤ ਲਈ ਚੁੱਕ ਕੇ ਰੱਖ ਲੈਂਦਾ ਹੈ। ਹਾਲਾਂਕਿ ਦਿਨ ਦੇ ਅੰਤ ਤੱਕ ਛੋਟਾ ਬੱਚਾ ਥੱਕ ਜਾਂਦਾ ਹੈ। ਉਸਨੇ 2 ਦਿਨਾਂ ਤੋਂ ਸਹੀ ਭੋਜਨ ਨਹੀਂ ਕੀਤਾ ਹੈ ਅਤੇ ਉਹ ਬਿਨਾਂ ਕਿਸੇ ਮੰਜ਼ਿਲ ਦੇ ਚੱਲ ਰਿਹਾ ਹੈ। ਉਹ ਲੰਗੜਾ ਕੇ ਤੁਰਦਾ ਹੈ ਪਰ ਤੁਰਨਾ ਬੰਦ ਨਹੀਂ ਕਰਦਾ। ਆਪਣੇ ਰਸਤੇ ਵਿੱਚ ਉਹ ਜੰਗਲੀ ਬੇਰੀਆਂ ਨੂੰ ਵੇਖਦਾ ਹੈ ਅਤੇ ਉਹਨਾਂ ਨੂੰ ਖਾ ਜਾਂਦਾ ਹੈ, ਪਰ ਉਸੇ ਵੇਲੇ ਉਸਦੇ ਪਿੱਛੇ ਇੱਕ ਧਮਾਕਾ ਹੁੰਦਾ ਹੈ ਜੋ ਉਸਨੂੰ ਹੈਰਾਨ ਕਰ ਦਿੰਦਾ ਹੈ। ਲੜਕੇ ਨੂੰ ਚੱਕਰ ਆ ਜਾਂਦਾ ਹੈ ਅਤੇ ਕਿਸੇ ਨੂੰ ਆਪਣੇ ਪਿੱਛੇ ਆਉਣ ਦਾ ਭੁਲੇਖਾ ਪੈਂਦਾ ਹੈ। ਹਾਲਾਂਕਿ ਅਜਿਹੀਆਂ ਸਥਿਤੀਆਂ ਵਿੱਚ ਵੀ ਉਹ ਬਹਾਦਰੀ ਨਾਲ ਖੜਾ ਹੁੰਦਾ ਹੈ ਅਤੇ ਵਿਅਕਤੀ ਨੂੰ ਕਹਿੰਦਾ ਹੈ ਕਿ ਉਸ ਕੋਲ ਰਾਈਫਲ ਹੈ ਅਤੇ ਉਹ ਡਰਦਾ ਨਹੀਂ ਹੈ। ਉਹ ਅੱਗੇ ਲੰਘ ਜਾਂਦਾ ਹੈ ਪਰ ਕੁਝ ਦੇਰ ਬਾਅਦ ਬੇਹੋਸ਼ ਹੋ ਜਾਂਦਾ ਹੈ। ਜਦੋਂ ਉਹ ਸੌਂ ਰਿਹਾ ਸੀ 2 ਸਿਪਾਹੀ ਉਸ ਕੋਲ ਆਉਂਦੇ ਹਨ। ਇਸ ਤੋਂ ਬਾਅਦ ਰੂਸੀਆਨ ਫੌਜੀ ਬੇਸ ਦਿਖਾਇਆ ਜਾਂਦਾ ਹੈ ਜਿੱਥੇ ਕਮਾਂਡਰ ਕੁਜ਼ਨੇਤਸੋਵ ਆਪਣੇ ਗਸ਼ਤੀ ਸਿਪਾਹੀਆਂ ਦੀ ਉਡੀਕ ਕਰ ਰਿਹਾ ਹੈ। ਉਹ ਉਸ ਛੋਟੇ ਬੱਚੇ ਦੇ ਨਾਲ ਆਉਂਦੇ ਹਨ ਜੋ ਜ਼ਖਮੀ ਅਤੇ ਕਮਜ਼ੋਰ ਹੈ। ਜਦੋਂ ਸਿਪਾਹੀ ਦਾਅਵਾ ਕਰਦੇ ਹਨ ਕਿ ਉਹ ਉਸ ਦੇ ਨਾਲ ਹਨ ਤਾਂ ਛੋਟਾ ਲੜਕਾ ਖੁੱਲ੍ਹ ਕੇ ਆਪਣੀ ਜਾਨ ਪਛਾਣ ਦਿੰਦਾ ਹੈ। ਸਿਪਾਹੀ ਹੱਸਦੇ ਹਨ ਜਦੋਂ ਬੱਚਾ ਕਮਾਂਡਰ ਨਾਲ ਹੱਥ ਮਿਲਾਉਂਦਾ ਹੈ, ਸੁਝਾਅ ਦਿੰਦਾ ਹੈ ਕਿ ਉਹ ਵੀ ਆਪਣੀ ਜਾਨ ਪਛਾਣ ਕਰਾਵੇ। ਸਿਪਾਹੀ ਛੋਟੇ ਬੱਚੇ ਨਾਲ ਪਿਆਰ ਮਹਿਸੂਸ ਕਰਦੇ ਹਨ ਅਤੇ ਉਸ ਦੇ ਆਲੇ ਦੁਆਲੇ ਚੱਕਰ ਬਣਾ ਕੇ ਖੜ ਜਾਂਦੇ ਨੇ। ਉਹ ਉਸ ਨੂੰ ਪਾਣੀ ਪਿਲਾਉਂਦੇ ਹਨ ਅਤੇ ਖਵਾਉਂਦੇ ਹਨ, ਇੱਥੋਂ ਤੱਕ ਕਿ ਸਖਤ ਕਮਾਂਡਰ ਵੀ ਬੱਚੇ ਦੀ ਦੇਖਭਾਲ ਕਰਦਾ ਹੈ। ਕਾਟਿਆ ਨਾਮ ਦੀ ਇੱਕ ਨਰਸ ਸਰਗੇਈ ਦੇ ਜ਼ਖਮਾਂ ਨੂੰ ਪੱਟੀ ਕਰਦੀ ਹੈ ਅਤੇ ਉਸ ਦੀ ਸ਼ਖਸੀਅਤ ਦੁਆਰਾ ਮਨਮੋਹਕ ਵੀ ਹੋ ਜਾਂਦੀ ਹੈ। ਬੱਚਾ ਉਸ ਨੂੰ ਆਪਣੇ ਜ਼ਖਮਾਂ ਤੇ ਟੈਂਕ ਬਣਾਉਣ ਲਈ ਕਹਿੰਦਾ ਹੈ ਕਿਉਂਕਿ ਉਹ ਵੱਡਾ ਹੋ ਕੇ ਸਿਪਾਹੀ ਬਣਨਾ ਚਾਹੁੰਦਾ ਹੈ। ਜ਼ਖਮੀ ਸਿਪਾਹੀ ਵੀ ਬੱਚੇ ਨਾਲ ਗੱਲ ਕਰਦੇ ਹਨ ਅਤੇ ਹਲਕਾ ਮਹਿਸੂਸ ਕਰਦੇ ਹਨ। ਸਰਗੇਈ ਕਮਾਂਡਰ ਦੀ ਬੰਦੂਕ ਅਤੇ ਉਸਦੇ ਬੈਚ ਨਾਲ ਆਕਰਸ਼ਿਤ ਹੈ। ਕਮਾਂਡਰ ਵੀ ਛੋਟੇ ਮੁੰਡੇ ਦੇ ਸਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਗੋਲੀਆਂ ਕੱਢਣ ਤੋਂ ਬਾਅਦ ਉਸ ਨੂੰ ਆਪਣੀ ਅਨਰੇਰੀ ਪਿਸਤੌਲ ਨਾਲ ਖੇਡਣ ਦਿੰਦਾ ਹੈ। ਸਰਗੇਈ ਉਸ ਨੂੰ ਆਪਣੇ ਪੇਟ ਤੇ ਬਣਿਆ ਟੈਂਕ ਦਿਖਾਉਂਦਾ ਹੈ ਅਤੇ ਆਪਣੇ ਆਪ ਨੂੰ ਸਿਪਾਹੀ ਹੋਣ ਬਾਰੇ ਸ਼ੇਖੀ ਮਾਰਦਾ ਹੈ। ਮੁੰਡਾ ਬਹੁਤ ਜਲਦੀ ਠੀਕ ਹੋ ਰਿਹਾ ਹੈ। ਨਰਸ ਕਾਤਿਆ ਕਮਾਂਡਰ ਨੂੰ ਲੜਕੇ ਨੂੰ ਬਟਾਲੀਅਨ ਵਿੱਚ ਰਹਿਣ ਦੇਣ ਲਈ ਕਹਿੰਦੀ ਹੈ ਪਰ ਉਹ ਅਸਹਿਮਤ ਹੁੰਦਾ ਹੈ। ਇਹ ਦਾਅਵਾ ਕਰਦਾ ਹੈ ਕਿ ਇਹ ਸੁਰੱਖਿਅਤ ਨਹੀਂ ਹੋਵੇਗਾ। ਉਹ ਸਰਗੇਈ ਨੂੰ ਅਨਾਥ ਆਸ਼ਰਮ ਵਿੱਚ ਭੇਜਣਾ ਚਾਹੁੰਦਾ ਹੈ। ਸੈਨਿਕਾਂ ਆਪਣਾ ਸਾਰਾ ਖਾਲੀ ਸਮਾਂ ਸਰਗੇਈ ਨਾਲ ਬਿਤਾਉਂਦੇ ਨੇ। ਉਸ ਨੂੰ ਦਿਨ ਭਰ ਕਈ ਲੋਕ ਮਿਲਣ ਆਉਂਦੇ ਹਨ। ਉਹ ਉਸ ਨੂੰ ਦੂਰੋਂ ਆਪਣੇ ਪਰਿਵਾਰਾਂ ਦੁਆਰਾ ਭੇਜਿਆ ਭੋਜਨ ਲਿਆਉਂਦੇ ਹਨ ਅਤੇ ਉਸ ਨੂੰ ਆਪਣੀ ਦੂਰਬੀਨ ਨਾਲ ਖੇਡਣ ਵੀ ਦਿੰਦੇ ਹਨ। ਇੱਕ ਦਿਨ ਇੱਕ ਸਿਪਾਹੀ ਕਮਾਂਡਰ ਕੋਲ ਜਾਂਦਾ ਹੈ ਅਤੇ ਉਸ ਨੂੰ ਲੜਕੇ ਨੂੰ ਬਟਾਲੀਅਨ ਵਿੱਚ ਰਹਿਣ ਦੇਣ ਲਈ ਕਹਿੰਦਾ ਹੈ। ਸਿਪਾਹੀਆਂ ਨੇ ਬੱਚੇ ਨਾਲ ਨਜ਼ਦੀਕੀ ਸੰਬੰਧ ਬਣਾ ਲਏ ਹਨ ਅਤੇ ਉਸ ਨੂੰ ਆਪਣਾ ਸਮਝਦੇ ਹਨ। ਉਸ ਦੀ ਮੌਜੂਦਗੀ ਉਹਨਾਂ ਦੇ ਸੀਨੇ ਤੋਂ ਯੁੱਧ ਦਾ ਭਾਰ ਚੁੱਕਦੀ ਹੈ। ਹਾਲਾਂਕਿ ਕਮਾਂਡਰ ਆਪਣੀ ਸੁਰੱਖਿਆ ਲਈ ਲੜਕੇ ਨੂੰ ਅਨਾਥ ਆਸ਼ਰਮ ਭੇਜਣ ਤੇ ਅੜਿਆ ਹੋਇਆ ਹੈ। ਅਗਲੇ ਦਿਨ ਦੁਸ਼ਮਣ ਹਮਲਾ ਕਰਦੇ ਹਨ ਅਤੇ ਬਹੁਤ ਸਾਰੇ ਸਿਪਾਹੀ ਜ਼ਖਮੀ ਹੋ ਜਾਂਦੇ ਹਨ। ਸਰਗੇਈ ਨੂੰ ਅਨਾਥ ਆਸ਼ਰਮ ਲਿਜਾਣ ਲਈ ਇੱਕ ਵਾਹਨ ਆਉਂਦਾ ਹੈ। ਕਮਾਂਡਰ ਬੱਚੇ ਨੂੰ ਖਬਰ ਦਿੰਦਾ ਹੈ ਅਤੇ ਉਸ ਨੂੰ ਤੋਹਫੇ ਵਜੋਂ ਲੱਕੜ ਦੀ ਅਨਰੇਰੀ ਪਿਸਤੌਲ ਦਿੰਦਾ ਹੈ। ਮੁੰਡਾ ਬਦਲੇ ਵਿੱਚ ਉਸ ਨੂੰ ਜੱਫੀ ਪਾਉਂਦਾ ਹੈ। ਇਹ ਕਹਿੰਦਾ ਹੈ ਕਿ ਉਹ ਕਮਾਂਡਰ ਦੀ ਸੁਰੱਖਿਆ ਲਈ ਡਰਦਾ ਹੈ। ਕਮਾਂਡਰ ਆਪਣੀ ਗਲਵਕੜੀ ਵਿੱਚ ਪਿਘਲਦਾ ਹੈ ਅਤੇ ਆਪਣਾ ਮਨ ਬਦਲਦਾ ਹੈ। ਉਹ ਸਰਗੇਈ ਨੂੰ ਆਪਣੇ ਪੁੱਤਰਵੰਤ ਸਿਪਾਹੀਆਂ ਨਾਲ ਰਹਿਣ ਲਈ ਕਹਿੰਦਾ ਹੈ। ਉਸ ਰਾਤ ਸਿਪਾਹੀ ਛੋਟੇ ਲੜਕੇ ਲਈ ਛੋਟੇ ਸਿਪਾਹੀ ਦੇ ਕੱਪੜੇ ਲੱਭਦੇ ਹਨ। ਉਹ ਬਹੁਤ ਖੁਸ਼ ਹਨ ਕਿਉਂਕਿ ਹੁਣ ਸਰਗੇਈ ਉਹਨਾਂ ਦੇ ਨਾਲ ਰਹੇਗਾ। ਕਮਾਂਡਰ ਸਰਗੇਈ ਨੂੰ ਜਗਾਉਂਦਾ ਹੈ ਅਤੇ ਉਸ ਨੂੰ ਕੱਪੜੇ ਦਿੰਦਾ ਹੈ। ਉਹ ਉਹਨਾਂ ਨੂੰ ਪਹਿਨਦਾ ਹੈ ਅਤੇ ਇੱਕ ਅਸਲੀ ਸਿਪਾਹੀ ਵਾਂਗ ਦਿਖਾਈ ਦਿੰਦਾ ਹੈ। ਦੂਸਰੇ ਉਸ ਨੂੰ ਆਪਣਾ ਛੋਟਾ ਸਿਪਾਹੀ ਲੜਕਾ ਕਹਿਣ ਲੱਗ ਪੈਂਦੇ ਹਨ। ਜਿਵੇਂ ਹੀ ਬੱਚਾ ਆਲੇ ਦੁਆਲੇ ਦੌੜਦਾ ਹੈ, ਜਰਮਨਾਂ ਨੇ ਬਟਾਲੀਅਨ ਤੇ ਹਵਾਈ ਹਮਲਾ ਕੀਤਾ। ਸਿਪਾਹੀ ਛੇਤੀ ਹੀ ਸਰਗੇਈ ਨੂੰ ਸੁਰੱਖਿਅਤ ਥਾਂ ਤੇ ਲੈ ਜਾਂਦੇ ਹਨ ਅਤੇ ਬਾਕੀਆਂ ਨਾਲ ਲੜਦੇ ਹਨ। ਜ਼ਖਮੀ ਫੌਜੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸਰਗੇਈ ਆਪਣੇ ਆਪ ਨੂੰ ਉਪਯੋਗੀ ਬਣਾਉਣਾ ਚਾਹੁੰਦਾ ਹੈ, ਇਸ ਲਈ ਉਹ ਪਿਆਸੇ ਸਿਪਾਹੀਆਂ ਲਈ ਪਾਣੀ ਲਿਆਉਂਦਾ ਹੈ। ਉਹਨਾਂ ਵਿੱਚੋਂ ਇੱਕ ਨੇ ਉਸ ਨੂੰ ਆਪਣੇ ਪਰਿਵਾਰ ਵੱਲੋਂ ਭੇਜੀ ਚਿੱਠੀ ਪੜ੍ਹਨ ਲਈ ਕਿਹਾ ਕਿਉਂਕਿ ਉਸ ਦੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ।
ਛੋਟਾ ਮੁੰਡਾ ਮਦਦ ਕਰਨਾ ਚਾਹੁੰਦਾ ਹੈ ਪਰ ਪੜ੍ਹਨਾ ਨਹੀਂ ਜਾਣਦਾ। ਉਹ ਚਿੱਠੀ ਲੈ ਲੈਂਦਾ ਹੈ ਅਤੇ ਇਸ ਤੇ ਲਿਖੀਆਂ ਚੀਜ਼ਾਂ ਨੂੰ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਦਾਅਵਾ ਕਰਦਾ ਹੈ ਕਿ ਸਿਪਾਹੀ ਦੀ ਗਾਂ ਘਰ ਵਾਪਸ ਆ ਗਈ ਹੈ। ਜਦੋਂ ਸਿਪਾਹੀ ਕਹਿੰਦਾ ਹੈ ਕਿ ਉਸ ਕੋਲ ਗਾਂ ਨਹੀਂ ਹੈ ਤਾਂ ਦੂਸਰੇ ਉਸ ਨੂੰ ਕਹਾਣੀ ਸੁਣਨ ਅਤੇ ਹੱਸਣ ਲਈ ਕਹਿੰਦੇ ਹਨ। ਉਹ ਹਰ ਕਿਸੇ ਦੀਆਂ ਚਿੱਠੀਆਂ ਨੂੰ ਉਸੇ ਢੰਗ ਨਾਲ ਪੜ੍ਹਦਾ ਹੈ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਦਾ ਹੈ। ਅਗਲੇ ਸੀਨ ਵਿੱਚ ਅਸੀਂ ਕਾਤਿਆ ਅਤੇ ਕਮਾਂਡਰ ਨੂੰ ਗੱਲ ਕਰਦੇ ਹੋਏ ਦੇਖਦੇ ਹਾਂ। ਦੋਵੇਂ ਇੱਕ ਦੂਜੇ ਪ੍ਰਤੀ ਆਕਰਸ਼ਿਤ ਜਾਪਦੇ ਹਨ ਪਰ ਆਪਣੀਆਂ ਭਾਵਨਾਵਾਂ ਦਾ ਇਕਰਾਰ ਨਹੀਂ ਕਰਦੇ। ਬਾਅਦ ਵਿੱਚ ਸਰਗੇਈ ਕਮਾਂਡਰ ਨੂੰ ਦੱਸਦਾ ਹੈ ਕਿ ਉਹ ਬਟਾਲੀਅਨ ਵਿੱਚ ਇੱਕ ਆਰਡਰਲੀ ਪੋਜੀਸ਼ਨ ਦਾ ਹੈ ਅਤੇ ਆਪਣੇ ਆਪ ਨੂੰ ਇਸੇ ਪੋਜੀਸ਼ਨ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਫਿਰ ਮੁੰਡਾ ਹਮਲੇ ਵਿੱਚ ਸਿਪਾਹੀ ਦੇ ਇੱਕ ਸਟੇਸ਼ਨ ਨੂੰ ਤਬਾਹ ਹੋਇਆ ਦੇਖਦਾ ਹੈ। ਕਮਾਂਡਰ ਉਸ ਨੂੰ ਮਰੇ ਹੋਏ ਸਿਪਾਹੀ ਨੂੰ ਸ਼ਰਧਾਂਜਲੀ ਦੇਣ ਲਈ ਆਪਣੀ ਟੋਪੀ ਉਤਾਰਨਾ ਸਿਖਾਉਂਦਾ ਹੈ। ਅਗਲੇ ਦਿਨ ਉਹ ਕਮਾਂਡਰ ਨੂੰ ਉਸ ਨੂੰ ਇੱਕ ਮਿਸ਼ਨ ਦੇਣ ਲਈ ਜ਼ੋਰ ਦਿੰਦਾ ਹੈ ਅਤੇ ਉਸ ਨੂੰ ਸਿਪਾਹੀਆਂ ਵਿੱਚ ਚਿੱਠੀਆਂ ਵੰਡਣ ਦਾ ਕੰਮ ਦਿੱਤਾ ਜਾਂਦਾ ਹੈ। ਉਹ ਆਪਣਾ ਕੰਮ ਕੁਸ਼ਲਤਾ ਨਾਲ ਪੂਰਾ ਕਰਦਾ ਹੈ ਅਤੇ ਸਿਪਾਹੀਆਂ ਨੂੰ ਵੀ ਨੱਚਣ ਲਾ ਦਿੰਦਾ ਹੈ। ਅਗਲੇ ਦਿਨ ਸਰਗੇਈ ਆਪਣੀ ਦੂਰਬੀਨ ਨਾਲ ਬੇਸ ਤੋਂ ਥੋੜੀ ਦੂਰ ਚਲਾ ਗਿਆ। ਜਦੋਂ ਉਹ ਇਸ ਨਾਲ ਖੇਡ ਰਿਹਾ ਹੁੰਦਾ ਹੈ, ਉਹ ਕਾਦੇ ਢੇਰ ਦੇ ਅੰਦਰੋਂ ਕਿਸੇ ਦੀ ਲੱਤ ਨੂੰ ਹਿਲਦਾ ਦੇਖਦਾ ਹੈ। ਉਹ ਵਾਪਸ ਬਟਾਲੀਅਨ ਵੱਲ ਜਾਂਦਾ ਹੈ ਅਤੇ ਸਿਪਾਹੀਆਂ ਨੂੰ ਇਸ ਬਾਰੇ ਦੱਸਦਾ ਹੈ। ਸਿਪਾਹੀ ਨੂੰ ਸ਼ੱਕ ਹੁੰਦਾ ਹੈ ਪਰ ਉਹ ਫੇਰ ਵੀ ਲੜਕੇ ਨਾਲ ਚਲੇ ਜਾਂਦੇ ਹਨ। ਜਦੋਂ ਉਹ ਕਾਦੇ ਢੇਰ ਦੇ ਨੇੜੇ ਪਹੁੰਚਦੇ ਹਨ ਤਾਂ ਉਹਨਾਂ ਨੂੰ ਹੇਠਾਂ ਲੁਕੇ ਦੋ ਜਰਮਨ ਜਾਸੂਸਾਂ ਨੂੰ ਦੇਖ ਕੇ ਸੁਚੇਤ ਹੋ ਜਾਂਦੇ ਹਨ। ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਬੱਚੇ ਦੀ ਇਸ ਕੰਮ ਲਈ ਪ੍ਰਸ਼ੰਸਾ ਕੀਤੀ ਜਾਂਦੀ ਹੈ। ਉਸ ਰਾਤ ਕਮਾਂਡਰ ਸਰਗੇਈ ਨੂੰ ਗੋਦ ਲੈਣ ਲਈ ਕਾਨੂੰਨੀ ਕਾਗਜ਼ ਦਿਖਾਉਂਦਾ ਹੈ। ਉਹ ਹੁਣ ਅਧਿਕਾਰਤ ਤੌਰ ਤੇ ਬੱਚੇ ਦਾ ਪਿਤਾ ਹੈ। ਸਰਗੇਈ ਕਾਤਿਆ ਲਈ ਕਮਾਂਡਰ ਦੀਆਂ ਭਾਵਨਾਵਾਂ ਨੂੰ ਜਾਣਦਾ ਹੈ, ਇਸ ਲਈ ਉਹ ਕਮਾਂਡਰ ਦਾ ਅਹਿਸਾਨ ਉਤਾਰਨ ਲਈ ਉਸ ਨੂੰ ਕਾਤਿਆ ਕੋਲ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰਨ ਲਈ ਲੈ ਜਾਂਦਾ ਹੈ। ਪਰ ਦੋਵੇਂ ਉਸ ਨੂੰ ਕਿਸੇ ਵੱਖਰੇ ਆਦਮੀ ਨਾਲ ਗੱਲ ਕਰਦੇ ਹੋਏ ਦੇਖਦੇ ਹਨ ਅਤੇ ਉਹਨਾਂ ਨੂੰ ਗਲਤਫਹਿਮੀ ਹੋ ਜਾਂਦੀ ਹੈ ਕਿ ਉਹ ਕਿਸੇ ਹੋਰ ਵਿੱਚ ਦਿਲਚਸਪੀ ਰੱਖਦੀ ਹੈ। ਬੇਸ ਉੱਤੇ ਜਰਮਨਾਂ ਦੁਆਰਾ ਦੁਬਾਰਾ ਹਮਲਾ ਕੀਤਾ ਗਿਆ ਹੈ। ਇਸ ਵਾਰ ਸਰਗੇਈ ਆਪਣੀ ਪੂਰੀ ਤਾਕਤ ਨਾਲ ਫਰੰਟ ਲਾਈਨ ਵਿੱਚ ਸੈਨਿਕਾਂ ਨੂੰ ਅਸਲਾ ਸਪਲਾਈ ਕਰਕੇ ਸਿਪਾਹੀਆਂ ਦੀ ਮਦਦ ਕਰਦਾ ਹੈ, ਪਰ ਉੱਥੇ ਦੇ ਸਿਪਾਹੀ ਉਸ ਨੂੰ ਸ਼ੈੱਡ ਵਿੱਚ ਵਾਪਸ ਜਾਣ ਦਾ ਹੁਕਮ ਦਿੰਦੇ ਹਨ ਕਿਉਂਕਿ ਬਾਹਰ ਬਹੁਤ ਖਤਰਾ ਹੈ। ਜਦੋਂ ਉਹ ਸ਼ੈੱਡ ਤੇ ਆਉਂਦਾ ਹੈ ਤਾਂ ਉਹ ਕਮਾਂਡਰ ਅਤੇ ਹੋਰਾਂ ਨੂੰ ਘਬਰਾਏ ਹੋਏ ਦੇਖਦਾ ਹੈ ਕਿਉਂਕਿ ਕਰਨਲ ਨਾਲ ਫੋਨ ਦਾ ਸੰਪਰਕ ਟੁੱਟ ਗਿਆ ਹੈ। ਟੁੱਟੀਆਂ ਤਾਰਾਂ ਨੂੰ ਠੀਕ ਕਰਨ ਲਈ ਸਿਪਾਹੀ ਭੇਜਿਆ ਜਾਂਦਾ ਹੈ। ਸਰਗੇਈ ਸਿਪਾਹੀ ਦਾ ਪਿੱਛਾ ਕਰਦਾ ਹੈ ਅਤੇ ਵੇਖਦਾ ਹੈ ਕਿ ਉਹ ਘਾਤਕ ਜ਼ਖਮੀ ਹੋ ਗਿਆ ਹੈ। ਉਹ ਮਰ ਰਹੇ ਸਿਪਾਹੀ ਨੂੰ ਪੁੱਛਦਾ ਹੈ ਕਿ ਉਹ ਤਾਰਾਂ ਨੂੰ ਕਿਵੇਂ ਠੀਕ ਕਰ ਸਕਦਾ ਹੈ ਅਤੇ ਇਹ ਖੁਦ ਕਰਦਾ ਹੈ। ਕਨੈਕਸ਼ਨ ਵਾਪਸ ਆ ਜਾਂਦਾ ਹੈ ਅਤੇ ਹੋਰ ਸੈਨਿਕਾਂ ਨੂੰ ਬੁਲਾਇਆ ਜਾਂਦਾ ਹੈ। 6 ਸਾਲ ਦੀ ਉਮਰ ਹਰ ਕਿਸੇ ਦੀ ਜਾਨ ਬਚਾਉਂਦੀ ਹੈ। ਬਾਅਦ ਵਿੱਚ ਅਸੀਂ ਨਦੀ ਦੇ ਕੰਢੇ ਕਮਾਂਡਰ ਅਤੇ ਕਾਤਿਆ ਨੂੰ ਗੱਲਾਂ ਕਰਦੇ ਦੇਖਦੇ ਹਾਂ। ਕਮਾਂਡਰ ਅੰਤ ਵਿੱਚ ਉਸ ਦੇ ਲਈ ਆਪਣੇ ਪਿਆਰ ਦਾ ਇਕਰਾਰ ਕਰਦਾ ਹੈ ਅਤੇ ਉਸ ਨੂੰ ਸਰਗੇਈ ਦੀ ਮਾਂ ਬਣਨ ਲਈ ਕਹਿੰਦਾ ਹੈ। ਕਾਤਿਆ ਬਹੁਤ ਖੁਸ਼ ਹੈ ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਵੀ ਕਹਿ ਸਕੇ, ਇੱਕ ਸਿਪਾਹੀ ਉਹਨਾਂ ਕੋਲ ਆਇਆ ਅਤੇ ਕਮਾਂਡਰ ਨੂੰ ਇੱਕ ਪੱਤਰ ਦਿੰਦਾ ਹੈ। ਇਹ ਕਹਿੰਦਾ ਹੈ ਕਿ ਉਹਨਾਂ ਨੂੰ ਬੇਸ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਅਗਲੇ ਦਿਨ ਸਾਰੇ ਸਿਪਾਹੀ ਸਰਗੇਈ ਦੇ ਨਾਲ ਆਪਣੇ ਨਵੇਂ ਬੇਸ ਲਈ ਰਵਾਨਾ ਹੁੰਦੇ ਹਨ। ਹਾਲਾਂਕਿ ਉਹਨਾਂ ਦੇ ਰਸਤੇ ਵਿੱਚ ਉਹ ਇੱਕ ਮਾਈਨਫੀਲਡ ਵਿੱਚੋਂ ਲੰਘਦੇ ਹਨ ਜੋ ਉਹਨਾਂ ਦੇ ਕੁਝ ਵਾਹਨਾਂ ਨੂੰ ਉਡਾ ਦਿੰਦਾ ਹੈ। ਕਮਾਂਡਰ ਨੂੰ ਸੱਟ ਲੱਗੀ ਹੈ ਜਦੋਂ ਕਿ ਸਮੂਹ ਦਾ ਇੱਕ ਸਿਪਾਹੀ ਜੋ ਸਰਗੇਈ ਦੇ ਨੇੜੇ ਸੀ ਧਮਾਕੇ ਵਿੱਚ ਮਰ ਗਿਆ। ਉਹ ਰੋਂਦਾ ਹੈ ਅਤੇ ਕਮਾਂਡਰ ਨੂੰ ਜੱਫੀ ਪਾ ਲੈਂਦਾ ਹੈ। ਉਹ ਜ਼ਖਮੀਆਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ ਅਤੇ ਆਪਣੇ ਨਵੇਂ ਬੇਸ ਦੀ ਯਾਤਰਾ ਜਾਰੀ ਰੱਖਦੇ ਹਨ। ਜਦੋਂ ਉਹ ਅੰਤ ਵਿੱਚ ਦੂਜੇ ਬੇਸ ਤੇ ਪਹੁੰਚਦੇ ਹਨ ਤਾਂ ਉਹ ਕਮਾਂਡਰ ਦੇ ਸੀਨੀਅਰ ਜਨਰਲ ਨੂੰ ਮਿਲਦੇ ਹਨ। ਉਹ ਵੀ ਬੱਚੇ ਦੀ ਅਭਿਲਾਸ਼ਾ ਤੋਂ ਪ੍ਰਭਾਵਿਤ ਹੈ ਅਤੇ ਕਮਾਂਡਰ ਨੂੰ ਅਜਿਹਾ ਸਮਾਰਟ ਬੱਚਾ ਹੋਣ ਲਈ ਵਧਾਈ ਦਿੰਦਾ ਹੈ। ਅਗਲੇ ਦਿਨ ਉਹਨਾਂ ਦੀ ਡਿਵੀਜ਼ਨ ਨੂੰ ਗਾਰਡ ਦਾ ਬੈਨਰ ਦਿੱਤਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਲੜਕੇ ਨੂੰ ਵੀ। ਜਦੋਂ ਜਨਰਲ ਉਸ ਨੂੰ ਆਪਣਾ ਬੈਚ ਦਿੰਦਾ ਹੈ, ਉਹ ਆਪਣੇ ਦੇਸ਼ ਨੂੰ ਬਚਾਉਣ ਦਾ ਵਾਅਦਾ ਕਰਦਾ ਹੈ। ਇੱਕ ਰਾਤ ਉਹਨਾਂ ਦੇ ਬੇਸ ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਅਤੇ ਕਮਾਂਡਰ ਖੰਡਰਾਂ ਦੇ ਹੇਠਾਂ ਫਸ ਗਿਆ। ਸਰਗੇਈ ਆਪਣੇ ਪਿਤਾ ਲਈ ਰੋਂਦਾ ਹੈ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਦੂਜੇ ਸਿਪਾਹੀਆਂ ਨੂੰ ਬੁਲਾ ਲੈਂਦਾ ਹੈ ਜੋ ਆਖਿਰਕਾਰ ਕਮਾਂਡਰ ਨੂੰ ਬਾਹਰ ਲੈ ਆਉਂਦੇ ਹਨ। ਅਗਲੇ ਦਿਨ ਸਰਗੇਈ ਉਸ ਜ਼ਖਮੀ ਕਮਾਂਡਰ ਕੋਲ ਪਹੁੰਚਿਆ ਜਿਸ ਦੇ ਹੱਥਾਂ ਨੂੰ ਕਮਾਂਡਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸੱਟ ਲੱਗ ਗਈ ਸੀ। ਬੱਚਾ ਹੁਣ ਟੀਮ ਦਾ ਅਟੁੱਟ ਹਿੱਸਾ ਹੈ। ਉਸ ਦਾ ਉਹਨਾਂ ਦੇ ਬਿਨਾਂ ਕੋਈ ਪਰਿਵਾਰ ਨਹੀਂ ਹੈ ਅਤੇ ਉਹ ਜਿੱਥੇ ਵੀ ਯੁੱਧ ਵਿੱਚ ਜਾਂਦੇ ਹਨ ਉੱਥੇ ਚਲੇ ਜਾਂਦਾ ਹੈ। ਫਿਲਮ ਖਤਮ ਹੁੰਦੀ ਹੈ ਕਿਉਂਕਿ ਰੈਜੀਮੈਂਟ ਨੂੰ ਕਿਸੇ ਹੋਰ ਬੇਸ ਵੱਲ ਵੱਧਦਾ ਦੇਖਿਆ ਜਾਂਦਾ ਹੈ। ਪਿੱਠਭੂਮੀ ਵਿੱਚ ਇੱਕ ਆਵਾਜ਼ ਦੱਸਦੀ ਹੈ ਕਿ ਉਸਨੇ ਸਟਾਲਿਨਗਰਾਦ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ ਅਤੇ ਸਿਪਾਹੀਆਂ ਨਾਲ ਪੋਲੈਂਡ ਪਹੁੰਚ ਗਿਆ ਸੀ। ਉਹ ਵਰਤਮਾਨ ਵਿੱਚ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਸਿਪਾਹੀ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਦੀ ਬਹਾਦਰੀ ਦੀ ਮਹਾਨ ਕਹਾਣੀ ਹੁਣ ਪੂਰੀ ਦੁਨੀਆ ਵਿੱਚ ਸੁਣਨ ਲਈ ਫੈਲੀ ਹੋਈ ਹੈ। ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਨੋਟੀਫਿਕੇਸ਼ਨ ਔਨ ਕਰੋ ਅਤੇ ਵੀਡੀਓ ਨੂੰ ਲਾਈਕ ਕਮੈਂਟ ਕਰੋ। ਦੇਖਣ ਲਈ ਧੰਨਵਾਦ।